पंजाबिस्तान की जानिब तो डॉक्टर नरिंदर सिंह कपूर जी की किताब बुनियादां विचों दूजी रचना नवीं जात पात भाग दूजा अते आखिरी। संसार विच किधरे भी जन्म किता अते जात भारत वांग पक्की तरह बजे हुए नहीं हैं। जात पात कारण ही भारत विच विग्यान नहीं उपज सकिया, क्योंकि ब्राह्मणां कोल ज्ञान सी पर ਉਹ ਪ੍ਰਯੋਗਾਂ ਲਈ ਹੱਥੀਂ ਕਾਰਜ ਕਰਨ ਲਈ ਤਿਆਰ ਨਹੀਂ ਸਨ ਅਤੇ ਜਿਨ੍ਹਾਂ ਸ਼ੂਦਰਾਂ ਉੱਤੇ ਹੱਥੀਂ ਕੰਮ ਕਰਨ ਦੀ ਜ਼ਿੰਮੇਵਾਰੀ ਸੀ ਉਹਨਾਂ ਕੋਲ ਗਿਆਨ ਨਹੀਂ ਸੀ। ਗਿਆਨ ਦੇ ਗ੍ਰੰਥਾਂ ਅਤੇ ਇਹਨਾਂ ਦੀ ਭਾਸ਼ਾ ਸੰਸਕ੍ਰਿਤ ਉੱਤੇ ਬ੍ਰਾਹਮਣ ਦਾ ਸੰਪੂਰਨ ਕਬਜ਼ਾ ਭਾਰਤ ਦੇ ਪਛੜੇ ਅਤੇ ਗਰੀਬ ਹੋਣ ਦਾ ਮੁੱਖ ਕਾਰਨ ਹੈ। ਬ੍ਰਾਹਮਣ ਦੀ ਦ੍ਰਿਸ਼ਟੀ ਵਿੱਚ ਅੰਗਰੇਜ਼ ਮੂਰਖ ਸਨ, ਜਿਨ੍ਹਾਂ ਨੇ ਸਕੂਲਾਂ ਕਾਲਜਾਂ ਰਾਹੀਂ हर किसी लिए ज्ञान तक पहुँच संभव बना दी और ज्ञानवान होकर भारतवासी अंग्रेज़ों विरुद्ध सुतंत्रता अंदोलन चलाउण लग पे और एक सदी विच ही अंग्रेज़ों के पैर उखड़ गए। ब्राह्मण अपने बारे बड़े मान नाल कहते हैं कि उन्होंने भारत ते हज़ारां साल राज किया है, क्योंकि उन्होंने ज्ञान उत्ते अपने कब्जे कारण किसी होर नूं ज्ञान प्राप्त ही नहीं करन दिता। ब्राह्मणों ने सब तो वध जुल्म शूदरां ते टाए हैं। शूदरां दे परिवार दा एक लड़का तिखे दिमाग वाला सी, जिन्हां दे घर विच ओह काम करदा सी। उन्हां ने उस नूं अपने कोल रख लिया अते पढ़न लई स्कूल दाखिल करवा दिता। स्कूल दी पढ़ाई उपरंत उस नूं एक दुकान खुलवा दित्ती। एक वारी जदों मालक विदेश तो मुड़िया तां उसने वेख्या दुकान बंद सी अते ओह लड़का महल्ले विच पखाने साफ करन दा पुश्ती काम कर रहा सी। लड़के ने दस्सिया कि दुकान खोलण कारण जात दे चौधरीਆਂ ने ब्राह्मणां दे कहण ते उस नूं जात विचों कढ दिता सी अते उस दे परिवार नाल लैण देण बंद कर दिता सी। इवें उस दीआं भैणां ते उस दा अपना विआह नहीं हो सकेगा, सो ਉਹ दुकान बंद करके मुड़ अपना पखाने साफ करन दा पुश्ती काम करन लग पिया है। ਇਹ जात पाती सोच दी एक उदाहरण है। भारत विच कोई अजिहा जुल्म नहीं जो शूदर नूं सहन नहीं करना पिया। शूदर लई छतरी वरतनी, ਲੱਕ ਤੋਂ ਉੱਪਰ ਸਰੀਰ ਢਕਣਾ, ਆਪਣੀ ਰਿਹਾਇਸ਼ ਬਣਾਉਣੀ, ਹੋਰ ਜਾਤਾਂ ਦੀ ਗਲੀ ਵਿੱਚੋਂ ਲੰਘਣਾ, ਬ੍ਰਾਹਮਣਾਂ ਵੱਲ ਝਾਕਣਾ ਆਦਿ ਬ੍ਰਾਹਮਣ ਨੇ ਮਨ੍ਹਾ ਕੀਤਾ ਹੋਇਆ ਸੀ। ਬ੍ਰਾਹਮਣ ਇਸਤਰੀਆਂ ਸ਼ੂਦਰ ਨੂੰ ਵੇਖ ਕੇ ਅੱਖਾਂ ਧੋਂਦੀਆਂ ਸਨ। ਸ਼ੂਦਰ ਨੂੰ ਆਉਂਦਿਆਂ ਹੋਰਾਂ ਨੂੰ ਸਾਵਧਾਨ ਕਰਨ ਲਈ ਆਪਣੀ ਪਛਾਣ ਲਈ ਘੰਟੀ ਵਜਾਉਣੀ ਪੈਂਦੀ ਸੀ, ਸਿੰਘ ਲਾਉਣੇ ਪੈਂਦੇ ਸਨ ਅਤੇ ਆਪਣੇ ਪੈਰਾਂ ਦੇ ਨਿਸ਼ਾਨ ਮਿਟਾਉਣ ਲਈ ਕੰਡਿਆਲੀ ਝਾੜੀ ਘਸੀਟਣੀ ਪੈਂਦੀ ਸੀ। हर शूदर यही सोचता सी कि उस दी नीवी जात उस दी माड़ी किस्मत कारण सी, सो अगले जन्म विच चंगे जीवन लई वो किसी उचेरी जात विच जन्म लैण दा सुपना वेखदा सी। ब्राह्मण दी दृष्टि विच ब्राह्मण तो इलावा सब शूदर सन, जिस कारण हरेक जात दी इच्छा ब्राह्मण दी प्रवानगी प्राप्त करन दी सी, जिहड़ी अपने जात पाती विहार विच पक्के रह के ही प्राप्त की जा सकती सी। इस कारण हरेक जात ਆਪਣਿਆਂ ਨੂੰ ਹੋਰ ਜਾਤਾਂ ਨਾਲ ਕਿਸੇ ਪ੍ਰਕਾਰ ਦੇ ਰਿਸ਼ਤੇ ਨਾਤੇ ਸਹਿਚਾਰ ਜਾਂ ਸੱਭਿਆਚਾਰਕ ਆਦਾਨ ਪ੍ਰਦਾਨ ਤੋਂ ਰੋਕਦੀ ਸੀ ਅਤੇ ਦੰਡ ਦਾ ਭਾਗੀ ਵੀ ਬਣਾਉਂਦੀ ਸੀ। ਭਾਰਤ ਵਿੱਚ ਕੇਵਲ ਆਪਣੀ ਜਾਤ ਦੇ ਹੱਥਾਂ ਦਾ ਬਕਾਇਆ ਭੋਜਨ ਖਾਣ ਅਤੇ ਆਪਣੀ ਜਾਤ ਵਿੱਚ ਹੀ ਵਿਆਹ ਕਰਨ ਦੀ ਆਗਿਆ ਸੀ। ਭਾਰਤੀ ਜਾਤ-ਪਾਤ ਪ੍ਰਣਾਲੀ ਵਿੱਚ ਵਖਰੇਵੇਂ ਗੋਤ ਆਧਾਰਿਤ ਹਨ। ਜੇ ਇੱਕ ਗੋਤ ਦੇ ਲੋਕ ਗਊਆਂ ਪਾਲਦੇ ਹਨ ਤਾਂ ਦੂਜੀ ਗੋਤ ਦੇ ਗਊਆਂ ਨਹੀਂ ਪਾਲਦੇ, ਦੁੱਧ ਖਰੀਦ ਕੇ ਮੱਖਣ ਬਣਾਉਂਦੇ ਹਨ। ਜੇ ਇੱਕ ਗੋਤ ਦੇ ਲੋਕ ਸਿਰ ਤੇ ਬੋਝਾ ਚੁੱਕਦੇ ਹਨ ਤਾਂ ਦੂਜੀ ਗੋਤ ਦੇ ਮੋਢੇ ਤੇ ਚੁੱਕਣਗੇ। ਘਰਾਂ ਵਿੱਚ ਹਰੇਕ ਗੋਤ ਦੇ ਨੌਕਰ ਦਾ ਕਾਰਜ ਵੱਖਰਾ ਹੁੰਦਾ ਹੈ। ਜੇ ਇੱਕ ਗੋਤ ਦੇ ਲੋਕ ਜੁੱਤੇ ਬਣਾਉਂਦੇ ਹਨ ਤਾਂ ਦੂਜੀ ਗੋਤ ਮੁਰੰਮਤ ਹੀ ਕਰਦੀ ਹੈ। ਜੰਗਲੀ ਜੀਵਾਂ ਦਾ ਸ਼ਿਕਾਰ ਕਰਨ ਵਾਲਿਆਂ ਨੂੰ ਖੇਤੀ ਕਰਨ ਅਤੇ ਕਈ ਗੋਤਾਂ ਨੂੰ ਖੇਤ ਵੇਖਣ ਦੀ ਵੀ ਆਗਿਆ ਨਹੀਂ ਹੈ। ਜੇ ਇੱਕ ਗੋਤ ਦਾ ਘੁਮਿਆਰ ਖਲੋ ਕੇ ਘੜੇ ਬਣਾਉਂਦਾ ਹੈ ਤਾਂ ਦੂਜੀ ਗੋਤ ਦਾ ਘੁਮਿਆਰ ਬੈਠ ਕੇ ਛੋਟੇ ਬਰਤਨ ਬਣਾਏਗਾ। ਦੱਖਣੀ ਭਾਰਤ ਵਿੱਚ ਹਰ ਜਾਤ ਦੇ ਵਿਦਿਆਰਥੀ ਲਈ ਸਕੂਲ ਪਹੁੰਚਣ ਵਾਸਤੇ ਰਸਤਾ ਅਤੇ ਜਮਾਤ ਵਿੱਚ ਬੈਠਣ ਦਾ ਸਥਾਨ ਵੱਖਰਾ ਰਿਹਾ ਹੈ। ਸਾਡੇ ਆਪਣੇ ਯੁੱਗ ਦੇ ਅੰਬੇਦਕਰ ਨੂੰ ਲੰਮੇ ਅਤੇ ਗੰਦੇ ਰਸਤੇ ਰਾਹੀਂ ਸਕੂਲ ਜਾਣਾ ਪੈਂਦਾ ਸੀ, ਕਿਉਂਕਿ ਜੋ ਬ੍ਰਾਹਮਣ ਨਹੀਂ ਉਹ ਸ਼ੂਦਰ ਸੀ, ਉਹ ਪਲੀਤ ਸੀ। ਭਾਰਤ ਵਿੱਚ ਜਾਤ ਪਾਤ ਕਿੱਤਾ ਆਧਾਰਿਤ ਹੀ ਨਹੀਂ, ਭੋਜਨ ਆਧਾਰਿਤ ਵੀ ਹੈ। ਜਿਉਂ-ਜਿਉਂ ਜਾਤ ਉੱਚੀ ਹੁੰਦੀ ਜਾਂਦੀ ਹੈ, ਭੋਜਨ ਸ਼ੁੱਧ ਹੁੰਦਾ ਜਾਂਦਾ ਹੈ। ਖਾਣ ਪੀਣ ਸੰਬੰਧੀ ਇਹ ਪ੍ਰਵਿਰਤੀ ਸਾਡੇ ਸਮਾਜ ਵਿੱਚ ਇਤਨੀ ਵਿਆਪਕ ਰਹੀ ਹੈ ਕਿ ਹੁਣ ਵੀ ਅਕਸਰ ਹਰੇਕ ਸਮਾਗਮ ਵਿੱਚ
ਹਰ ਕੋਈ ਵੇਖਦਾ ਹੈ ਕਿ ਕੋਈ ਕੀ ਖਾ ਰਿਹਾ ਹੈ ਅਤੇ ਕੀ ਪੀ ਰਿਹਾ ਹੈ। ਜਾਤ-ਪਾਤ ਕਾਰਨ ਸਾਡੇ ਸਮਾਜ ਵਿੱਚ ਸਾਂਝ ਕੋਈ ਨਹੀਂ, ਵੱਖਰੇਵੇਂ ਹੀ ਹਨ ਅਤੇ ਹਰ ਕੋਈ ਅਜੀਬ ਤਰਕ ਦੇ ਕੇ ਆਪਣੀ ਜਾਤ ਨੂੰ ਉੱਚੀ ਅਤੇ ਹੋਰਾਂ ਨਾਲੋਂ ਸ਼ੁੱਧ ਅਤੇ ਉਚੇਰੀ ਸਿੱਧ ਕਰਨ ਦਾ ਯਤਨ ਕਰਦਾ ਹੈ। ਮਹਾਤਮਾ ਗਾਂਧੀ ਨੇ 3 ਸਾਲ ਇੰਗਲੈਂਡ ਰਹਿ ਕੇ ਪੜ੍ਹਾਈ ਕੀਤੀ ਸੀ। ਇਹਨਾਂ 3 ਸਾਲਾਂ ਵਿੱਚ ਗਾਂਧੀ ਜੀ ਨਾਲ ਕੀ ਵਾਪਰਿਆ, ਉਸ ਦਾ ਉਹਨਾਂ ਦੀ ਸਵੈ ਜੀਵਨੀ ਵਿੱਚ ਕੋਈ ਉਲੇਖ ਨਹੀਂ। ਇਹ 3 ਸਾਲ ਗਾਂਧੀ ਜੀ ਕਿਸੇ ਪੁਰਸ਼ ਜਾਂ ਇਸਤਰੀ ਦੇ ਸੰਪਰਕ ਵਿੱਚ ਆਉਣ ਤੋਂ ਬਚਦੇ ਰਹੇ ਅਤੇ ਸ਼ਾਕਾਹਾਰੀ ਬਣੇ ਰਹਿਣ ਦੇ ਯਤਨ ਵਿੱਚ ਖਾਣ ਪੀਣ ਤੋਂ ਸੰਕੋਚ ਕਰਨ ਦੀ ਚਿੰਤਾ ਵਿੱਚ ਹੀ ਗਰਸੇ ਰਹੇ। ਭਾਰਤ ਵਿੱਚ ਜਦੋਂ ਕਿਸੇ ਜਾਤ ਗੋਤ ਦੇ ਲੋਕ ਆਪਣਾ ਪੱਧਰ ਉੱਚਾ ਚੁੱਕਣਾ ਚਾਹੁੰਦੇ ਸਨ ਤਾਂ ਪਹਿਲਾਂ ਉਹ ਗੋਲ-ਮੋਲ ਢੰਗ ਨਾਲ ਉਚੇਰੀ ਜਾਤ ਨਾਲ ਬਰਾਬਰੀ ਦਰਸਾਉਂਦੇ ਸਨ, ਪਰ ਸਫਲਤਾ ਨਹੀਂ ਮਿਲਦੀ ਸੀ, ਕਿਉਂਕਿ ਜਿਨ੍ਹਾਂ ਨਾਲ ਬਰਾਬਰੀ ਕਰਨ ਦਾ ਯਤਨ ਕੀਤਾ ਜਾਂਦਾ ਸੀ ਉਹ ਇਸ ਨੂੰ ਆਪਣਾ ਅਪਮਾਨ ਸਮਝਦੇ ਸਨ ਅਤੇ ਹੋਰਾਂ ਵੱਲੋਂ ਬਰਾਬਰ ਹੋਣ ਦੇ ਯਤਨਾਂ ਦਾ ਵਿਰੋਧ ਕਰਦੇ ਸਨ। ਇੱਕ ਵਾਰੀ ਦੱਖਣ ਵਿੱਚ ਲੋਹਾਰਾਂ ਨੇ ਆਪਣੇ ਸਾਰੇ ਸ਼ਲੋਕ ਸੰਸਕ੍ਰਿਤ ਵਿੱਚ ਰਚਨੇ ਸ਼ੁਰੂ ਕੀਤੇ। ਸਾਰਿਆਂ ਨੇ ਵਿਰੋਧ ਕਰਕੇ ਬੰਦ ਕਰਵਾ ਦਿੱਤੇ। ਜਾਤ-ਪਾਤ ਪ੍ਰਣਾਲੀ ਕਾਰਨ ਭਾਰਤ ਉੱਤੇ ਪਹਿਲਾਂ ਮੁਗਲਾਂ ਅਤੇ ਮਗਰੋਂ ਅੰਗਰੇਜ਼ਾਂ ਨੂੰ ਰਾਜ ਕਰਨ ਵਿੱਚ ਮੁਸ਼ਕਲ ਨਹੀਂ ਆਈ, ਕਿਉਂਕਿ ਜਾਤਾਂ-ਪਾਤਾਂ ਵਿੱਚ ਵੰਡੇ ਹੋਣ ਕਾਰਨ ਹਿੰਦੂ ਸਮਾਜ ਨੇ ਇਹਨਾਂ ਵਿਦੇਸ਼ੀ ਹਾਕਮਾਂ ਲਈ ਕੋਈ ਸਮੱਸਿਆ ਨਹੀਂ ਸੀ ਉਪਜਾਈ। ਇਵੇਂ ਜਾਤਾਂ-ਪਾਤਾਂ ਵਿੱਚ ਵੰਡੇ ਭਾਰਤ ਵਿੱਚ ਵਿਦੇਸ਼ੀ ਹਾਕਮਾਂ ਨੂੰ ਪਾੜੋ ਅਤੇ ਰਾਜ ਕਰੋ ਦੀ ਨੀਤੀ ਵਰਤਣ ਦੀ ਲੋੜ ਹੀ ਨਹੀਂ ਪਈ, ਕਿਉਂਕਿ ਹਿੰਦੂ ਧਰਮ ਦੀ ਜਾਤ-ਪਾਤ ਪ੍ਰਣਾਲੀ ਦਾ ਇਹ ਅਸੂਲ ਹੈ ਕਿ ਕਿਸੇ ਦੇ ਨੇੜੇ ਨਾ ਹੋਵੋ ਅਤੇ ਕਿਸੇ ਨੂੰ ਆਪਣੇ ਨੇੜੇ ਹੋਣ ਨਾ ਦਿਓ। ਇਤਨੀਆਂ ਵੰਡੀਆਂ ਦੇ ਬਾਵਜੂਦ ਭਾਰਤ ਦੀ ਏਕਤਾ ਕਿਵੇਂ ਬਣੀ ਰਹੀ? ਭਾਰਤ ਇੱਕ ਦੇਸ਼ ਨਹੀਂ, ਇੱਕ ਸੱਭਿਅਤਾ ਹੈ। ਸੱਭਿਅਤਾ ਦੀ ਸਾਂਝ ਕਾਰਨ ਭਾਰਤ ਖਿੰਡਿਆ ਨਹੀਂ। ਜਾਤ-ਪਾਤ ਨੇ ਸਮਾਜ ਨੂੰ ਵੱਖ-ਵੱਖ ਵਰਗਾਂ ਵਿੱਚ ਵੰਡਿਆ, ਪਰ ਜਾਤ ਜਾਂ ਗੋਤ ਕੋਈ ਹੋਵੇ, ਪੁਰੋਹਿਤ ਹਮੇਸ਼ਾ ਬ੍ਰਾਹਮਣ ਹੀ ਰਿਹਾ। ਬ੍ਰਾਹਮਣ ਪੁਰੋਹਿਤਾਂ ਦੀ ਆਪਸੀ ਸਾਂਝ ਕਾਰਨ ਜਾਤ-ਪਾਤ ਦੀਆਂ ਵੰਡੀਆਂ ਅਤੇ ਵੱਖਰੇਵਿਆਂ ਦੇ ਬਾਵਜੂਦ ਭਾਰਤ ਟੁੱਟਣ ਤੋਂ ਬਚਿਆ ਰਿਹਾ। ਭਾਰਤ ਦੇ ਪਿੰਡ ਜਾਤ-ਪਾਤ ਪ੍ਰਣਾਲੀ ਨੂੰ ਦ੍ਰਿੜ ਕਰਨ ਵਾਲੀਆਂ ਸੰਸਥਾਵਾਂ ਹਨ। ਇੱਕ ਕਾਰਨ ਇਹ ਵੀ ਸੀ ਕਿ ਕਿੱਤਿਆਂ ਦੀ ਜਾਤ-ਪਾਤੀ ਵੰਡ ਕਾਰਨ ਕਿਸੇ ਜਾਤ ਦਾ ਹੋਰ ਜਾਤਾਂ ਦੀ ਸਰਪ੍ਰਸਤੀ, ਦਾਨ ਅਤੇ ਰੱਖਿਆ ਤੋਂ ਬਿਨਾਂ ਨਹੀਂ ਸੀ ਸਰਦਾ, ਸੋ ਹਰ ਜਾਤ ਦੇ ਲੋਕ ਆਪਣਾ ਸਮਾਜਿਕ ਰੋਲ ਨਿਭਾਉਂਦੇ ਸਨ। ਭਾਰਤ ਵਿੱਚ ਭਗਤੀ ਲਹਿਰ ਅਤੇ ਸੂਫੀ ਲਹਿਰ ਨੇ ਪਹਿਲੀ ਵਾਰ ਜਾਤ-ਪਾਤ ਤੋੜਨ ਦੇ ਉਪਰਾਲੇ ਸ਼ੁਰੂ ਕੀਤੇ। ਗੁਰੂ ਗੋਬਿੰਦ ਸਿੰਘ ਨੇ ਜਾਤ-ਪਾਤ ਮੁਕਤ ਹਥਿਆਰਬੰਦ ਖਾਲਸੇ ਦੀ ਸਿਰਜਣਾ ਕੀਤੀ। ਸ਼ਿਵਾਜੀ ਨੇ ਪਹਿਲਾਂ ਮਰਾਠਿਆਂ ਨੂੰ ਖੱਤਰੀ ਹੋਣ ਦੀ ਮਾਨਤਾ ਦਿਵਾਉਣ ਦਾ ਯਤਨ ਕੀਤਾ, ਪਰ ਮਾਨਤਾ ਨਾ ਮਿਲੀ। ਮਗਰੋਂ ਮਰਾਠਿਆਂ ਦੀਆਂ ਜਿੱਤਾਂ ਕਾਰਨ ਉਹਨਾਂ ਦਾ ਮਾਣ ਸਤਿਕਾਰ ਖੱਤਰੀਆਂ ਨਾਲੋਂ ਵੀ ਵੱਧ ਗਿਆ ਅਤੇ ਉਹ ਮਰਾਠੇ ਕਹਾਉਣ ਵਿੱਚ ਹੀ ਮਾਣ ਮਹਿਸੂਸ ਕਰਨ ਲੱਗ ਪਏ। ਭਾਰਤ ਵਿੱਚ ਅੰਗਰੇਜ਼ਾਂ ਦੇ ਆਉਣ ਨਾਲ ਸਾਰੇ ਧਰਮਾਂ ਵਿੱਚ ਖਲਬਲੀ ਮਚ ਗਈ ਸੀ। ਜੀਵਨ ਦਾ ਸ਼ਹਿਰੀਕਰਨ ਹੋਣ ਨਾਲ ਨਵੇਂ ਧੰਦੇ ਉਪਜੇ, ਜਿਨ੍ਹਾਂ ਵਿੱਚ ਸਭ ਧਰਮਾਂ ਜਾਤਾਂ ਗੋਤਾਂ ਦੇ ਲੋਕ ਆਏ। ਇਵੇਂ ਜਾਤ ਦੀ ਥਾਂ ਜਮਾਤ ਨੇ ਲੈਣੀ ਆਰੰਭ ਕੀਤੀ। ਕਲਕੱਤੇ ਵਿੱਚ ਸਾਂਝੇ ਨਲਕੇ ਲਾਉਣ ਸਮੇਂ ਬੜੀ ਮੁਸ਼ਕਲ ਆਈ ਸੀ। ਮੁੱਢ ਵਿੱਚ ਕੋਈ ਪਾਣੀ ਨਹੀਂ ਸੀ ਭਰਦਾ, ਫਿਰ ਸਾਰੇ ਭਰਨ ਲੱਗ ਪਏ। ਸਕੂਲਾਂ, ਕਾਲਜਾਂ, ਗੱਡੀਆਂ, ਹਸਪਤਾਲਾਂ, ਸਿਨੇਮਿਆਂ, ਢਾਬਿਆਂ, ਫੈਕਟਰੀਆਂ ਆਦਿ ਨੇ ਜਾਤ-ਪਾਤ ਤੋੜਨ ਦੀ ਪ੍ਰਕਿਰਿਆ ਤੇਜ਼ ਕੀਤੀ। ਦੇਸ਼ ਦੀ ਆਜ਼ਾਦੀ ਉਪਰੰਤ ਹਰੇਕ ਲਈ ਇੱਕ ਵੋਟ ਨੇ ਸਥਿਤੀ ਬਦਲ ਦਿੱਤੀ ਹੈ। ਹੁਣ ਜਾਤ-ਪਾਤ ਕੇਵਲ ਵਿਆਹ ਦੇ ਸੰਬੰਧ ਵਿੱਚ ਵੇਖੀ ਜਾਂਦੀ ਹੈ। ਹੁਣ ਕੋਈ ਹੀ ਹੋਵੇਗਾ ਜਿਸ ਨੇ ਆਪਣੀ ਜਾਤ ਦਾ ਕਿੱਤਾ ਅਪਣਾਇਆ ਹੋਵੇ। ਹੁਣ ਜਾਤ-ਪਾਤ ਰਾਜਨੀਤਿਕ ਲਾਭ ਉਠਾਉਣ ਅਤੇ ਆਰਥਿਕ ਰਿਆਇਤਾਂ ਮੰਗਣ ਅਤੇ ਆਪਣੀ ਗਿਣਤੀ, ਤਾਕਤ ਅਤੇ ਪ੍ਰਭਾਵ ਦਰਸਾ ਕੇ ਰਾਜਨੀਤਿਕ ਸ਼ਕਤੀ ਹਥਿਆਉਣ ਦਾ ਇੱਕ ਸੰਦ ਬਣ ਗਈ ਹੈ। ਹੁਣ ਸਥਿਤੀ ਇਹ ਹੈ ਕਿ ਜਿਹੜੇ ਕਿਸੇ ਵੇਲੇ ਆਪਣੀ ਜਾਤ ਨੂੰ ਉੱਚੀ ਜਾਤ ਦੱਸਦੇ ਸਨ, ਉਹ ਭਾਂਤ-ਭਾਂਤ ਦੇ ਆਰਥਿਕ ਅਤੇ ਰਾਜਨੀਤਿਕ ਲਾਭ ਉਠਾਉਣ ਲਈ ਨੀਵੀਆਂ ਜਾਤੀਆਂ ਸ਼੍ਰੇਣੀਆਂ ਐਲਾਨੇ ਜਾਣ ਲਈ ਅੰਦੋਲਨ ਕਰ ਰਹੇ ਹਨ ਅਤੇ ਜਾਤ-ਪਾਤ ਪ੍ਰਣਾਲੀ ਨੂੰ ਪੁੱਠਾ ਗੇੜਾ ਦੇ ਰਹੇ ਹਨ। ਇਹ ਕਦੇ ਸੁਪਨੇ ਵਿੱਚ ਵੀ ਸੰਭਵ ਨਹੀਂ ਸੀ ਹੋਇਆ, ਪਰ ਇਹ ਹੁਣ ਨਿੱਤ ਦਿਨ ਦਾ ਯਥਾਰਥ ਹੈ ਕਿ ਬ੍ਰਾਹਮਣ ਸਿਪਾਹੀ ਸ਼ੂਦਰ ਥਾਣੇਦਾਰ ਨੂੰ ਸਲੂਟ ਮਾਰ ਰਿਹਾ ਹੈ ਅਤੇ ਬ੍ਰਾਹਮਣ ਅਤੇ ਹੋਰ ਜਾਤਾਂ ਦੇ ਵਿਦਿਆਰਥੀ ਸ਼ੂਦਰ ਵਿਦਵਾਨ ਤੋਂ ਵਿਗਿਆਨ ਦਾ ਗਿਆਨ ਪ੍ਰਾਪਤ ਕਰ ਰਹੇ ਹਨ। ਨਿਰਸੰਦੇਹ ਭਾਰਤ ਬਦਲ ਰਿਹਾ ਹੈ। ਹੁਣ ਕਿਸੇ ਦਾ ਮੁੱਲ ਉਸ ਦੀ ਜਾਤ, ਗੋਤ, ਜਨਮ, ਧਰਮ ਜਾਂ ਇਲਾਕੇ ਦੇ ਆਧਾਰ ਤੇ ਨਹੀਂ, ਉਸ ਦੀ ਯੋਗਤਾ ਦੇ ਆਧਾਰ ਤੇ ਪਏਗਾ। ਹੁਣ ਜਾਤ-ਪਾਤ ਦੇ ਆਧਾਰ ਤੇ ਰਿਆਇਤਾਂ ਦੇਣ ਲੈਣ ਦਾ ਸਮਾਂ ਨਹੀਂ, ਹੁਣ ਜਾਤ-ਪਾਤ ਨੂੰ ਤੋੜਨ ਦੀ ਵੰਗਾਰ ਦਾ ਸਾਹਮਣਾ ਹੈ।
ਹੁਣ ਕੇਵਲ ਭਾਰਤ ਦੇ ਸੰਦਰਭ ਵਿੱਚ ਨਹੀਂ, ਹੁਣ ਸਾਨੂੰ ਸਮੁੱਚੇ ਵਿਸ਼ਵ ਅਤੇ ਸਮੁੱਚੀ ਮਾਨਵ ਜਾਤੀ ਦੇ ਸੰਦਰਭ ਵਿੱਚ ਸੋਚਣਾ ਪਏਗਾ। ਬਹੁਤ ਬਹੁਤ ਸ਼ੁਕਰੀਆ। ਜ਼ਿੰਦਾਬਾਦ।